ਕਿਸਾਨ ਸੰਘਰਸ਼ ਦੇ ਚੱਲਦਿਆਂ ਲਾਲ ਕਿਲੇ ਮਾਮਲੇ ਸੰਬੰਧੀ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਅਧੀਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਦੀਪ ਸਿੱਧੂ ਤੇ ਪੁਲਿਸ ਗ੍ਰਿਫਤਾਰੀ ਤੋਂ ਹਾਲ ਤੱਕ ਵਜੇ ਹੋਏ ਲੱਖਾ ਸਦਾਣਾ ਦੇ ਹੱਕ ਵਿੱਚ 1 ਮਾਰਚ ਸਮਾਲਸਰ ਤੋਂ ਚੱਲ ਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਉਦੇ ਕਰਨ ਵਿਖੇ ਆਇਆ, ਜਿਸ ਦਾ ਆਮ ਲੋਕਾਂ ਦਾ ਮੱਠਾ ਹੁੰਗਾਰਾ ਦੇਖਣ ਨੂੰ ਮਿਲਿਆ ਹੈ। ਮਾਰਚ ਦੀ ਅਗਵਾਈ ਕਰਨ ਵਾਲੇ ਬੇਅੰਤ ਸਿੰਘ ਹਰਨੂ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਹੋਰਾਂ ਨੇ ਸਿਰਫ ਕਿਸਾਨ ਅੰਦੋਲਨ ਦੀ ਸਫਲਤਾ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਕੇਂਦਰ ਸਰਕਾਰ ਉੱਪਰ ਦਬਾਅ ਪਾਉਣ ਲਈ ਆਪਣਾ ਹਿੱਸਾ ਪਾਇਆ ਹੈ। ਕੀ ਜਿਹੜਾ ਹੈਗਾ ਅਗਲਾ ਪਲਾਨ ਜਿਹੜਾ ਹੈਗਾ ਉਹ ਕੀ ਹੈਗਾ? ਬਸ ਅਗਲਾ ਪਲਾਨ ਤਾਂ ਜਿਹੜਾ ਆ ਉਹ ਵੀ ਤੁਹਾਨੂੰ ਦੱਸਨੇ ਆ। ਇਹਦਾ ਮੰਤਵ ਇੰਨਾ ਹੀ ਆ ਵੀ ਸੈਂਟਰ ਦੀ ਜਿਹੜੀ ਸਰਕਾਰ ਆ ਉਹ ਐਮਰਜੈਂਸੀ ਵਰਗੇ ਹਾਲਾਤ ਉਹਨੇ ਦੇਸ਼ 'ਚ ਪੈਦਾ ਕਰਤੇ ਨੇ ਤੇ ਹੱਕ ਮੰਗਣ ਵਾਲੇ ਲੋਕਾਂ ਦੇ ਉੱਤੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹ ਨਹੀਂ ਸੁੱਟਿਆ ਜਾ ਰਿਹਾ। ਉਸ ਦੀਪ ਸਿੱਧੂ ਜਾਂ ਹੋਰ ਜਿੰਨੇ ਵੀ ਨੌਜਵਾਨ ਜੇਲ੍ਹ 'ਚ ਬੰਦ ਨੇ ਜਾਂ ਨਵਦੀਪ ਕੌਰ ਬੇਟੀ ਆ, ਇਹ ਜਿਹੇ ਜਿੰਨੇ ਵੀ ਨੇ ਉਹਨਾਂ ਨੂੰ ਰਿਹਾ ਕਰਾਉਣ ਲਈ ਸਾਡਾ ਇਹ ਉਪਰਾਲਾ ਆ। ਤੇ ਦੂਜਾ ਜਿਹੜੀ ਕਿਤੇ ਨਾ ਕਿਤੇ ਨਿਰਾਸਤਾ ਆਈ ਹੈ 26 ਤੋਂ ਬਾਅਦ ਨੌਜਵਾਨਾਂ 'ਚ, ਸਾਡਾ ਇਹ ਵੀ ਉਪਰਾਲਾ ਕਿ ਵੱਧ ਤੋਂ ਵੱਧ ਉੱਥੇ ਜਿਹੜੀ ਆ ਸ਼ਮੂਲੀਅਤ ਕੀਤੀ ਜਾਵੇ ਮੋਰਚੇ ਦੇ ਵਿੱਚ। ਤਾਂ ਇਹ ਜਿਹੜੀ ਜੰਗ ਆ ਸਾਡੀ, ਜਿਹੜੀ ਸ਼ਾਂਤਮਈ ਤਰੀਕੇ ਨਾਲ ਸਾਡਾ ਸੰਘਰਸ਼ ਹੈ, ਇਹਨੂੰ ਅਸੀਂ ਜਿੱਤ ਸਕੀਏ ਜੀ। ਔਰ ਅਗਲਾ ਪਲਾਨ ਜਿਹੜਾ ਹੈਗਾ ਕੀ ਹੈਗਾ ਮਹਾਰਾਜ ਵਾਲੇ? ਦੇਖੋ, ਮਹਾਰਾਜ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ 'ਚ ਸਾਡੀ ਸ਼ਮੂਲੀਅਤ ਹੋਊਗੀ ਵੱਧ ਚੜ੍ਹ ਕੇ ਸਾਰਿਆਂ ਦੀ। ਤਾਂ ਉਹ ਪ੍ਰੋਗਰਾਮ ਜਿਹੜਾ ਬਾਬਾ ਹਰੀਦੀਪ ਸਿੰਘ ਮਹਾਰਾਜ ਵਾਲਿਆਂ ਨੇ ਉਹ ਲਿਖਿਆ ਆ। ਸੋ ਅਗਲਾ ਪ੍ਰੋਗਰਾਮ ਉਹਦੇ ਬਾਰੇ ਉਹ ਦੱਸਣਗੇ, ਪਰ ਮੰਤਵ ਸਾਡਾ ਇੱਕੋ ਹੀ ਆ ਸਾਰਿਆਂ ਦਾ ਕਿ ਜਿਹੜੇ ਝੂਠੇ ਪਰਚੇ ਨੇ ਉਹ ਰੱਦ ਕੀਤੇ ਜਾਣ ਤੇ ਅੱਗੇ ਨੌਜਵਾਨਾਂ ਦੀ ਜਿਹੜੀ ਫੜੋਫੜੀ ਆ ਉਹ ਉੱਤੇ ਜਿਹੜੀ ਵਿਰਾਮ ਲਾਇਆ ਜਾਏ ਤੇ ਐਮਰਜੈਂਸੀ ਵਰਗੇ ਜਿਹੜੇ ਹਾਲਾਤ ਨੇ ਉਹਨਾਂ 'ਤੇ ਕੰਟਰੋਲ ਕੀਤਾ ਜਾਏ। ਸੋ ਕੁੜੀਆਂ 'ਤੇ ਜਿਹੜੇ ਕੋਈ ਫੇਸਬੁੱਕ ਦੀ ਕੋਈ ਪੋਸਟ ਪਾਉਂਦਾ ਉਹ 'ਤੇ ਵੀ, ਟਵੀਟ ਕਰਦਾ ਉਹ 'ਤੇ ਵੀ, ਜਾਂ ਤੁਹਾਡੇ ਪੱਤਰਕਾਰ ਜਿਹੜਾ ਸੀ ਮੁੰਡਾ ਉਹ 'ਤੇ ਪਰਚਾ ਪਾਤਾ, ਗਾਉਣ ਵਾਲਿਆਂ 'ਤੇ ਪਾਤਾ। ਸੋ ਇਹ ਐਮਰਜੈਂਸੀ ਹੁੰਦੀ ਹੈ ਕਿਤੇ ਨਾ ਕਿਤੇ ਅਣਐਲਾਨੀ। ਸੋ ਉਹਦੇ ਰੋਸ ਵਜੋਂ ਅਸੀਂ ਇਹ ਸਾਰਾ ਜਿਹੜਾ ਉਪਰਾਲਾ ਕਰ ਰਹੇ ਹਾਂ ਪੰਜਾਬ ਦੇ ਵਿੱਚ। ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ, ਏਕਤਾ, ਇਤਫਾਕ ਅਤੇ ਸਮੂਹ ਨਜ਼ਰਬੰਦ ਸ਼ਖਸੀਅਤਾਂ ਦੀ ਰਿਹਾਈ ਦੇ ਲਈ ਕਿਸਾਨੀ ਸੰਘਰਸ਼ ਦੇ ਯੋਧਿਆਂ ਦੀ ਸੰਭਾਲ ਅਤੇ ਲੋਕ ਭਾਵਨਾਵਾਂ ਦੀ ਤਰਜਮਾਨੀ ਕਰਦੀ ਸੰਸਥਾ ਸੰਘਰਸ਼ ਸਹਿਯੋਗੀ ਜਥਾ ਵੱਲੋਂ ਆਗੂ ਦਵਿੰਦਰ ਸਿੰਘ ਸੇਖੋਂ ਦੀ ਦੇਖ-ਰੇਖ ਹੇਠ ਗੁਰਦੁਆਰਾ ਜਾਮਣੀ ਸਾਹਿਬ ਵਜੀਦਪੁਰ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ 26 ਜਨਵਰੀ ਕਿਸਾਨ ਪਰੇਡ ਦਿੱਲੀ ਅੰਦਰ ਪੁਲਿਸ ਵੱਲੋਂ ਫੜੇ ਗਏ ਨੌਜਵਾਨਾਂ ਤੇ ਕਿਸਾਨਾਂ ਦੇ ਰਿਹਾਈ ਦੇ ਲਈ ਅਰਦਾਸ ਕੀਤੀ ਗਈ। ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਦਿੱਲੀ ਵਿਖੇ ਸੰਘਰਸ਼ ਦੌਰਾਨ 200 ਤੋਂ ਵਧੇਰੇ ਜਿਹੜੇ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਅਤੇ ਉਸ ਕਿਸਾਨ ਸੰਘਰਸ਼ 'ਚ ਦੁਫਾੜ ਕਰਨ ਦੀਆਂ ਵੀ ਅਨੇਕਾਂ ਕੋਸ਼ਿਸ਼ਾਂ ਹੋਈਆਂ। ਉਸ ਸੰਘਰਸ਼ ਨੂੰ ਕਾਮਯਾਬ ਕਰਨ ਲਈ, ਕਿਸਾਨੀ ਘੋਲ ਦੀ ਕਾਮਯਾਬੀ ਲਈ, ਕਿਸਾਨਾਂ ਦੀ ਜਿੱਤ ਲਈ ਅੱਜ ਗੁਰਦੁਆਰਾ ਜਾਮਣੀ ਸਾਹਿਬ ਵਜੀਦਪੁਰ ਸਾਹਿਬ ਵਿਖੇ ਅਰਦਾਸ ਸਮਾਗਮ ਹੋਇਆ, ਜਿੱਥੇ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਅਤੇ ਵਾਹਿਗੁਰੂ ਅੱਗੇ ਸਿੰਘਾਂ ਦੀ ਅਤੇ ਘੋਲ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ। ਆਓ ਅੱਜ ਆਪਾਂ ਗੱਲ ਕਰਦੇ ਹਾਂ ਪ੍ਰਬੰਧਕਾਂ ਲਈ ਨਾਲ, ਉਹ ਕੀ ਇਸ ਬਾਰੇ ਕਹਿਣਾ ਚਾਹੁੰਦੇ ਆ। ਸਿੱਖੋ ਜੀ, ਤੁਸੀਂ ਅੱਜ ਆਪਾਂ ਰਲ ਮਿਲ ਕੇ ਸੰਗਤ ਨੇ ਜਿਹੜੀ ਅਰਦਾਸ ਬੇਨਤੀ ਕੀਤੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਪਿਛਲੇ ਸਮੇਂ 'ਚ ਜੋ ਹਾਲਾਤ ਬਣੇ ਆ ਮੋਰਚੇ ਦੇ, ਤਾਂ ਕਿਤੇ ਨਾ ਕਿਤੇ ਥੋੜ੍ਹਾ ਜਿਹੀ ਖੜੋਤ ਆਈ ਸੀ ਮੋਰਚੇ 'ਚ, ਅਤੇ ਸਾਡੀ ਕੋਸ਼ਿਸ਼ ਇਹ ਸੀ ਕਿਉਂਕਿ ਥੋੜ੍ਹਾ ਬਹੁਤਾ ਜਿਹੜਾ ਦਫਾੜ ਜੀ ਵੀ ਦਿਖ ਰਹੀ ਸੀ ਅਤੇ ਸਰਕਾਰ ਨੂੰ, ਸ਼ਾਇਦ ਮੋਦੀ ਸਰਕਾਰ ਨੂੰ ਭੁਲੇਖਾ ਪੈ ਗਿਆ ਸੀ ਵੀ ਅਸੀਂ ਇਹਨਾਂ ਨੂੰ ਨੱਪ ਲਾਂਗੇ। ਤਾਂ ਇਹ ਸਾਡਾ ਸੰਘਰਸ਼ ਸਹਿਯੋਗ ਜੱਥਾ ਬਣਾਇਆ ਗਿਆ, ਜਿਸ ਦੇ ਤਹਿਤ ਅਸੀਂ ਸਾਰਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਆ। ਜਿਹੜੀਆਂ ਪੰਥਕ ਜਥੇਬੰਦੀਆਂ ਉਹਨਾਂ ਦੀ ਰਿਪਰਜੈਂਟੇਸ਼ਨ ਲਈ ਸਾਰਿਆਂ ਨੂੰ ਇਕੱਠੇ ਕਰਕੇ, ਨੌਜਵਾਨਾਂ ਨੂੰ ਇਕੱਠੇ ਕਰਕੇ ਇਹ ਜੱਥਾ ਬਣਾਇਆ ਗਿਆ। ਤਾਂ ਉਸ ਦੀ ਚੜ੍ਹਦੀ ਕਲਾ ਦੀ, ਸੰਘਰਸ਼ ਦੀ ਚੜ੍ਹਦੀ ਕਲਾ ਦੀ ਅੱਜ ਅਰਦਾਸ ਕੀਤੀ ਗਈ ਹੈ। ਅਰਦਾਸ ਆਪਸੀ ਗੱਲਬਾਤ, ਜਿਹੜੀ ਕੋਆਰਡੀਨੇਸ਼ਨ ਬਣਾਉਣ ਦੀ, ਜਿਹੜੀ ਜਥੇਬੰਦੀਆਂ ਅਤੇ ਸੰਗਤ ਦੀ ਕੋਆਰਡੀਨੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਂਜੀ, ਬਹੁਤ ਵਧੀਆ ਗੱਲ ਹੈ ਜੀ। ਜਿਹੜੇ ਘੋਲ ਨੂੰ ਜਿੱਤਣ ਵਾਸਤੇ ਸਮੂਹ ਜਥੇਬੰਦੀਆਂ ਨੂੰ ਇਕਜੁੱਟ ਕਰਨ ਲਈ ਵਾਹਿਗੁਰੂ ਦਾ ਓਟ ਆਸਰਾ ਲਿਆ ਗਿਆ। ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪ੍ਰੀਤ ਸਿੰਘ ਮਲਸੀਆਂ ਜੀ ਨਾਲ। ਜਥੇਦਾਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਜ ਜੋ ਦੇਸ਼ ਵਿਆਪੀ ਕਿਸਾਨ ਅੰਦੋਲਨ ਚੱਲ ਰਿਹਾ ਹੈ, ਹਿੰਦੁਸਤਾਨ ਦੀ ਸਰਕਾਰ ਨੇ ਜੋ 3 ਕਾਲੇ ਕਾਨੂੰਨ ਬਣਾਏ ਨੇ, ਉਹਦੇ ਵਿੱਚ 200 ਤੋਂ ਉੱਪਰ ਜਿਹੜੇ ਕਿਸਾਨ ਵੀਰ ਉਹ ਸ਼ਹੀਦ ਹੋਏ ਆ। ਅੱਜ ਉਹਨਾਂ ਸ਼ਹੀਦਾਂ ਦੀ ਯਾਦਗਾਰ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਅੱਜ ਗੁਰਦੁਆਰਾ ਵਜੀਦਪੁਰ ਸਾਹਿਬ ਜਾਮਣੀ ਸਾਹਿਬ ਅਰਦਾਸ ਦਿਵਸ ਮਨਾਇਆ ਗਿਆ ਹੈ ਔਰ ਅਰਦਾਸ ਕੀਤੀ ਗਈ ਹੈ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਅਤੇ ਮੋਰਚੇ ਦੀ ਕਾਮਯਾਬੀ ਵਾਸਤੇ। ਜਿਹੜੇ ਮੇਰੇ ਕਿਸਾਨ ਵੀਰ ਉੱਥੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਾਂ। ਜੋ ਵੀ ਅੱਗੇ ਸ਼ਹੀਦ ਹੋਏ ਨੇ, ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਲੱਖ ਰੁਪਈਆ ਹਰ ਸ਼ਹੀਦ ਦੇ ਪਰਿਵਾਰ ਨੂੰ ਦਿੱਤਾ ਗਿਆ ਹੈ ਔਰ ਨਾਲ ਹਰ ਥਾਂ 'ਤੇ ਸੇਵਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਹਰ ਵੇਲੇ ਹਾਜ਼ਰ ਰਹੇਗੀ ਔਰ ਹਾਜ਼ਰ ਹੈ। ਅਸੀਂ ਸਾਰੀ
ਸੰਗਤ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਵੀ ਕਿਸਾਨ ਮੋਰਚੇ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਇੰਨੀਆਂ ਬੇਨਤੀਆਂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਿਲਕੁਲ ਜੀ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ। ਹਾਂਜੀ ਜਹੇਦਾਰ ਜੀ। ਜੋ ਕਿਸਾਨ ਸੰਘਰਸ਼ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਸੈਂਟਰ ਦੀ ਮੋਦੀ ਸਰਕਾਰ ਨੇ 3 ਕਾਲੇ ਕਾਨੂੰਨ ਪਾਸ ਕੀਤੇ, ਜਿੰਦੇ ਨਾਲ ਕਿਸਾਨ ਵੀਰ, ਦੁਕਾਨਦਾਰ ਵੀਰ, ਮਜ਼ਦੂਰ ਵੀਰ, ਹਰੇਕ ਵਰਗ ਦਾ ਨੁਕਸਾਨ ਹੋ ਰਿਹਾ ਹੈ ਇਸ ਕਾਨੂੰਨ ਪਾਸ ਹੋਣ ਨਾਲ। ਇਸ ਕਰਕੇ ਸਾਰਾ ਹੀ ਸੰਸਾਰ, ਸਾਰੇ ਦੇਸ਼ ਭਰ ਵਿੱਚ ਕਿਸਾਨਾਂ ਦੇ ਹੱਕ ਵਿੱਚ ਪੂਰੀ ਉਹਨਾਂ ਦੀ ਹਮਾਇਤ ਕੀਤੀ ਜਾਂਦੀ ਹੈ। ਅੱਜ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਜੋ ਸਿੰਘ ਸ਼ਹੀਦ ਹੋਏ ਆ ਕਿਸਾਨ ਵੀਰ 200 ਦੇ ਕਰੀਬ, ਉਹਨਾਂ ਦੀ ਯਾਦ ਵਿੱਚ ਜੋ ਅਰਦਾਸ ਸਮਾਗਮ ਹੋਇਆ, ਉਸ ਵਿੱਚ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਾਰੇ ਹੀ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ। ਤੇ ਜੋ ਕਿਸਾਨ ਆਪਣਾ ਉੱਥੇ ਆਪਣਾ ਫੜੇ ਗਏ ਨੇ, ਉਹਨਾਂ ਦੀ ਰਿਹਾਈ ਲਈ ਵੀ ਅਰਦਾਸ ਕੀਤੀ ਜਾਂਦੀ ਹੈ ਤੇ ਕਿਸਾਨਾਂ ਦੇ ਅੰਦੋਲਨ ਨੂੰ ਕਾਮਯਾਬ ਕਰਨ ਲਈ ਵੀ ਅਰਦਾਸ ਕੀਤੀ ਗਈ ਹੈ। ਇੰਨਾ ਹੀ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜਹੇਦਾਰ ਜੀ, ਤੁਸੀਂ ਆਮ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਕੀ ਅਪੀਲ ਕਰਦੇ ਹੋ ਤਾਂ ਜੋ ਇਹ ਕਿਸਾਨੀ ਘੋਲ ਜਿੱਤ ਸਕੀਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਜੋ 3 ਕਾਨੂੰਨ ਸੈਂਟਰ ਵੱਲੋਂ ਲਿਆਂਦੇ ਗਏ ਹਨ, ਕਿਸਾਨ ਮਾਰੂ ਕਾਨੂੰਨ ਹਨ, ਉਸ ਵਾਸਤੇ ਸਾਰੇ ਹੀ ਕਿਸਾਨੀ ਵੀ, ਮਜ਼ਦੂਰ ਵੀ, ਦੁਕਾਨਦਾਰ ਵੀ ਸਾਰੇ ਇਹਦੇ 'ਚ ਪ੍ਰਭਾਵਿਤ ਹੋ ਰਹੇ ਹਨ। ਔਰ ਇਸ ਨੂੰ ਵਾਪਸ ਕਰਾਉਣ ਵਾਸਤੇ ਜੋ ਪੰਜਾਬ ਪੱਧਰ 'ਤੇ ਪਹਿਲਾਂ ਸ਼ੁਰੂ ਹੋਇਆ 6 ਮਹੀਨੇ ਤੋਂ, ਅੱਜ ਜੋ 3 ਮਹੀਨੇ ਤੋਂ ਦਿੱਲੀ ਬਾਰਡਰ 'ਤੇ ਜੋ ਬਹੁਤ ਕਾਮਯਾਬੀ ਨਾਲ ਸੰਘਰਸ਼ ਚੱਲ ਰਿਹਾ ਹੈ, ਉਸ ਦੇ ਬਾਰੇ ਜੋ ਸਿੰਘ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾ ਭੁੱਲ ਭੇਟ ਕਰਨ ਵਾਸਤੇ ਅਰਦਾਸ ਬੇਨਤੀ ਹੋਈ ਹੈ। ਔਰ ਉਹਨਾਂ ਦੇ ਪਰਿਵਾਰਾਂ ਦੇ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੋਈ ਹੈ। ਇੱਕ ਜੋ ਪਿਛਲੇ ਸਮੇਂ ਤੋਂ 26 ਜਨਵਰੀ ਤੋਂ ਜੋ ਸੈਂਟਰ ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਇਸ ਘੋਲ ਨੂੰ, ਇਸ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦੇ ਵਾਸਤੇ ਸਾਰੀ ਜੋ ਜਥੇਬੰਦੀਆਂ ਨੇ ਉਹ ਇਕਮੁੱਠ ਨੇ। ਔਰ ਉਹਨਾਂ ਨੂੰ ਇਹਨਾਂ ਜੋ ਸਾਜ਼ਿਸ਼ਾਂ ਨੇ ਉਹਨਾਂ ਨੂੰ ਨਾਕਾਮ ਕਰਨ ਵਾਸਤੇ ਆਪਾਂ ਸਾਰੇ ਪੰਜਾਬ ਵਾਸੀਆਂ ਨੂੰ ਚਾਹੀਦਾ ਹੈ, ਕਿਉਂਕਿ ਇਹਨਾਂ ਨੇ ਜੋ ਪਰਸੋਂ ਨਨਕਾਣਾ ਸਾਹਿਬ ਦਾ ਨਨਕਾਣਾ ਸਾਹਿਬ ਦਾ ਸਾਕਾ ਉਹਦੀ ਜੋ ਮਨਜ਼ੂਰੀ ਨਾ ਦੇ ਕੇ, ਉਹਦੇ ਪਿੱਛੇ ਵੀ ਸਰਕਾਰ ਦੀ ਸਾਜ਼ਿਸ਼ ਹੈ ਕਿ ਇਸ ਘੋਲ ਨੂੰ ਕਮਜ਼ੋਰ ਕੀਤਾ ਜਾਵੇ। ਜੋ ਸਿੱਖ ਸੰਗਤ ਉੱਥੇ ਹਿੱਸਾ ਪਾ ਰਹੀ ਹੈ, ਯੋਗਦਾਨ ਪਾ ਰਹੀ ਹੈ, ਉਹਨਾਂ ਨੂੰ ਕੋਈ ਇਸ ਤਰੀਕੇ ਨਾਲ ਕੋਈ ਦਬਾਅ ਆ ਕੇ ਉਹਨਾਂ ਨੂੰ ਵਾਪਸ ਕਰਾਇਆ ਜਾਵੇ। ਇਸ ਕਰਕੇ ਆਪਾਂ ਸਾਰਿਆਂ ਨੂੰ, ਸਾਰੇ ਪੰਜਾਬ ਵਾਸੀਆਂ ਨੂੰ, ਸਾਰੇ ਸਿੱਖ ਕੌਮ ਨੂੰ ਇਹ ਚੁਕੰਨਾ ਹੋਣਾ ਪਵੇਗਾ। ਔਰ ਜੋ ਕੌਮੀ ਪੱਧਰ 'ਤੇ ਔਰ ਇੰਟਰਨੈਸ਼ਨਲ ਪੱਧਰ ਜੋ ਸੰਘਰਸ਼ ਚੱਲ ਰਿਹਾ ਹੈ, ਇਹਨੂੰ ਕਾਮਯਾਬ ਕਰਨ ਵਾਸਤੇ ਆਪਾਂ ਸਾਰਿਆਂ ਦਾ ਸਹਿਯੋਗ ਆਪਾਂ ਕਰਨਾ ਹੈ, ਤਾਂ ਕਿ ਜੋ ਆਪਾਂ ਇਹ ਜੋ ਕਿਸਾਨੀ ਕੋਲ ਜਿੱਤ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਜੀ ਨਾਲ। ਭੁੱਲਰ ਜੀ, ਤੁਸੀਂ ਆਮ ਨੌਜਵਾਨ ਵਰਗ ਤੇ ਕਿਸਾਨਾਂ ਨੂੰ ਕੀ ਅਪੀਲ ਕਰਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਜਿਹੜਾ 26 ਤਰੀਕ ਨੂੰ ਸਾਡਾ ਯੂਥ ਜਿਨ੍ਹਾਂ ਨੇ ਉੱਥੇ ਦਿੱਲੀ ਤੇ ਲਾਲ ਕਿਲ੍ਹੇ ਦੇ ਨਿਸ਼ਾਨ ਸਾਹਿਬ ਚੜ੍ਹਾ ਕੇ, ਜਿਸ ਤੋਂ ਬਾਅਦ ਸਰਕਾਰ ਨੇ ਬੁਖਲਾ ਕੇ ਜਿਹੜੇ ਸਾਡੇ ਇੱਕ ਨੌਜਵਾਨ ਨਵਰੀਤ ਸਿੰਘ ਅਤੇ ਬਾਕੀ ਕਈਆਂ 'ਤੇ ਲਾਠੀਚਾਰਜ ਕੀਤਾ, ਨਵਰੀਤ ਸਿੰਘ ਨੂੰ ਜਿਹਨੂੰ ਗੋਲੀ ਮਾਰ ਦਿੱਤੀ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਉਸ ਚੀਜ਼ ਦੀ ਨਿਖੇਧੀ ਕਰਦੇ ਹਾਂ ਵੀ ਜਿਹੜੀ ਸਰਕਾਰ ਆ ਉਹ ਬਖਲਾਈ ਹੋਈ ਆ, ਉਹ ਕਿਸਾਨਾਂ ਨੂੰ ਇਨਸਾਫ ਦੇਣ ਦੀ ਥਾਂ 'ਤੇ ਸਾਡੇ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣ ਅਤੇ ਕੁੱਟਣ 'ਤੇ ਸਿਰਫ ਲੱਗੀ ਹੋਈ ਆ। ਉਹਨਾਂ ਨੇ ਹੁਣ ਤੱਕ ਜਿਹੜਾ ਸਾਡੇ ਕਿਸਾਨਾਂ 'ਤੇ ਗੱਲ ਨਹੀਂ ਸੁਣੀ, ਸਿਰਫ ਉਹਨਾਂ ਨੂੰ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਉਹਨਾਂ ਦੇ ਵਿੱਚ ਜਲੀਲ ਕਰਕੇ ਵਾਪਸ ਭੇਜ ਦਿੱਤਾ, ਉਹਨਾਂ ਦੀ ਗੱਲ ਨਹੀਂ ਸੁਣੀ। ਜਿਹੜਾ ਕਿਸਾਨ ਜਿਹਨੇ ਅੰਨ ਪੈਦਾ ਕਰਕੇ ਸਾਡੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ, ਅੱਜ ਉਸ ਕਿਸਾਨ ਨੂੰ ਇਹ ਰੋਲ ਰਹੀ ਹੈ। ਅੱਜ ਉਹ ਸਰਕਾਰ ਆਪਦੀ ਚਾਲ ਵਿੱਚ ਕਾਮਯਾਬ ਹੁੰਦੀ ਜਾਪ ਰਹੀ ਹੈ, ਕਿਉਂਕਿ ਉਹ ਸਾਡੇ ਨੌਜਵਾਨਾਂ ਅਤੇ ਦੂਜਿਆਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਾਡੇ ਨੌਜਵਾਨਾਂ ਦੇ ਉੱਤੇ ਜਾਣ ਕੇ ਉਹਨਾਂ ਨਜਾਇਜ਼ ਪਰਚੇ ਕਰਾਏ ਗਏ ਆ, ਤਾਂ ਕਿ ਜਿਹੜੇ ਨੌਜਵਾਨ ਅਤੇ ਕਿਸਾਨ ਇਹ ਵੱਖੋ ਵੱਖਰੀ ਹੋ ਸਕਣ। ਮੇਰੀ ਜਿਹੜੀ ਕਿਸਾਨ ਜਥੇਬੰਦੀਆਂ ਨੂੰ ਅਤੇ ਨੌਜਵਾਨਾਂ ਨੂੰ ਅਪੀਲ ਹੈ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਜੇਕਰ ਉਹਨਾਂ ਨੂੰ ਲੱਗਦਾ ਹੈ ਵੀ ਜੇ ਨਿਸ਼ਾਨ ਸਾਹਿਬ ਨਾਲ ਕੋਈ ਮਾੜਾ ਮੋਟੀ ਗਲਤੀ ਹੋਈ, ਪਹਿਲੀ ਗੱਲ ਤਾਂ ਮੈਂ ਗਲਤੀ ਮੰਨਦਾ ਨਹੀਂ, ਕਿਉਂਕਿ ਇਹ ਸਾਡਾ ਇਤਿਹਾਸ ਹੈ, ਇਹ ਝੰਡੇ ਦੇ ਥੱਲੇ ਹੀ ਅਸੀਂ ਅੱਜ ਤੱਕ ਜੰਗਾਂ ਜਿੱਤੀਆਂ ਨੇ, ਇਹ ਝੰਡਾ ਸਾਡਾ ਜਿਹੜਾ ਹੈ ਉਹਨੇ ਮਤਲਬ ਸਾਰੇ ਸਾਨੂੰ ਜਿੱਤ ਦਵਾਈ ਹੈ। ਇਸ ਕਰਕੇ ਜਿਹੜੀਆਂ ਸਾਡੇ ਜਥੇਬੰਦੀਆਂ ਜਿਹੜੀਆਂ ਇੱਕ ਦੂਜੇ 'ਤੇ ਇਲਜ਼ਾਮ ਲਾ ਕੇ, ਨੌਜਵਾਨਾਂ 'ਤੇ ਜਾਂ ਜਥੇਬੰਦੀਆਂ ਆਪਸ ਵਿੱਚ ਇਲਜ਼ਾਮ ਲਾ ਕੇ ਜਾਂ ਕਿਸੇ ਪਾਰਟੀਆਂ 'ਤੇ ਇਲਜ਼ਾਮ ਲਗਾ ਕੇ ਜਿਹੜਾ ਸਾਡਾ ਵਖਰੇਵਾਂ ਪੈਦਾ ਹੋ ਰਿਹਾ, ਉਹਨੂੰ ਘਟਾਉਣ, ਸਾਰੇ ਬੰਦਿਆਂ ਨੂੰ ਨਾਲ ਲੈ ਕੇ, ਸਾਰੀਆਂ ਪਾਰਟੀਆਂ ਨੂੰ ਲੈ ਕੇ, ਸਾਰਿਆਂ ਨੌਜਵਾਨਾਂ ਨੂੰ ਲੈ ਕੇ, ਸਾਰੀਆਂ ਜਜ਼ਬੀਆਂ ਇਕੱਠੇ ਹੋ ਕੇ ਕੋਲ ਲੜਨ, ਤਾਂ ਮੋਦੀ ਨੇ ਜਾ ਕੇ ਇਨਸਾਫ ਦੇਣਾ। ਬੜੀ ਸਾਜ਼ਿਸ਼ ਚੱਲ ਰਹੀ ਹੈ ਸਾਨੂੰ ਪਾੜਨ ਦੀ, ਜਿਹੜਾ ਉਹ ਪਾੜੂ ਦੇ ਰਾਜ ਕਰਨ ਤੋਂ ਸਾਨੂੰ ਬਚਣਾ ਚਾਹੀਦਾ।
ਹਾਂਜੀ ਬਿਲਕੁਲ ਜੀ, ਇਹ ਜਿਹੜੀ ਸਾਜ਼ਿਸ਼ ਚੱਲ ਰਹੀ ਆ ਉਹਦੇ ਤੋਂ ਬਚਣ ਲਈ ਸਾਨੂੰ ਇਸ ਘੋਲ ਦੇ ਨਾਲ ਲੜਨ ਲਈ ਸਾਨੂੰ ਉੱਦਾਂ ਦੀ ਰਣਨੀਤੀ ਤਿਆਰ ਕਰਨੀ ਪਊਗੀ, ਇਕਜੁੱਟ ਹੋਣਾ ਪਊਗਾ। ਆਪਾਂ ਗੱਲ ਕਰਦੇ ਹਾਂ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਸਾਈਆਂਵਾਲਾ ਜੀ ਨਾਲ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਵੇਂ ਇਹ ਸੰਘਰਸ਼ ਨੂੰ ਕਾਮਯਾਬ ਹਾਸਲ ਕੀਤੀ ਜਾ ਸਕਦੀ ਹੈ ਤੇ ਕੀ ਇਹਦੇ ਵਾਸਤੇ ਕਰੋਗੇ? ਦੇਖੋ ਜੀ, ਜਿਹੜਾ ਸਾਡਾ ਕਿਸਾਨ ਅੰਦੋਲਨ 15 ਸਤੰਬਰ ਤੋਂ ਚੱਲਿਆ ਹੋਇਆ, ਉਹਦਾ ਸਾਡਾ ਜਿਹੜਾ 26 ਨਵੰਬਰ ਤੱਕ ਅਸੀਂ ਸ਼ਾਂਤਮਈ ਜਿਹੜਾ ਇੱਥੋਂ ਅੰਦੋਲਨ ਨੂੰ ਪੂਰਾ ਭਖਾ ਕੇ ਲੈ ਕੇ ਗਏ ਹਾਂ। ਕਿਸਾਨਾਂ ਨੂੰ ਜਿਹੜਾ ਆਰਡੀਨੈਂਸਾਂ ਦੇ ਜਿਹੜੇ ਸਾਡੇ ਕਾਲੇ ਕਾਨੂੰਨ ਬਣੇ ਹੋਏ ਦੇ ਸੰਬੰਧ ਵਿੱਚ ਜਾਣਕਾਰੀ ਦੇ ਕੇ ਪ੍ਰੇਰ ਕੇ ਅਸੀਂ ਦਿੱਲੀ ਲੈ ਕੇ ਗਏ ਹਾਂ। ਉਹ ਦਿੱਲੀ ਵੀ ਜਿਹੜਾ ਸਾਡਾ ਅੰਦੋਲਨ ਸ਼ਾਂਤੀਪੂਰਵਕ ਹੀ ਚੱਲ ਰਿਹਾ, ਔਰ ਅੱਗੇ ਵੀ ਜਿਹੜਾ ਸਾਡਾ ਹੈਗਾ ਜਿਹੜਾ ਅੰਦੋਲਨ ਹੈਗਾ, ਸਰਕਾਰ ਨਾਲ ਲੜਾਈਆਂ, ਹਥਿਆਰਬੰਦ ਲੜਾਈਆਂ ਨਹੀਂ ਲੜੀਆਂ ਜਾਂਦੀਆਂ, ਸ਼ਾਂਤਮਈ ਸਾਡਾ ਜਿਹੜਾ ਅੰਦੋਲਨ ਅੱਗੇ ਚੱਲੂਗਾ। ਔਰ ਸੁਪਰੀਮ ਕੋਰਟ ਨੇ ਵੀ ਕਹਿਤਾ, ਕੇਂਦਰ ਸਰਕਾਰ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਇੱਥੋਂ ਧਰਨਾ ਕਰਨ ਉਠਾਓ, ਪਰ ਸੁਪਰੀਮ ਕੋਰਟ ਸਾਡੇ ਹੱਕ 'ਚ ਇਹ ਗੱਲ ਕਹੀ ਹੈ ਕਿ ਇਹ ਸ਼ਾਂਤਮਈ ਬੈਠੇ ਆ, ਅੰਦੋਲਨ ਕਰਨਗੇ, ਅੰਦੋਲਨ ਕਰਦੇ ਰਹਿਣਗੇ। ਔਰ ਮੈਂ ਇਹੀ ਬੇਨਤੀ ਕਰਦਾ ਸਾਰੇ ਜਿਹੜੇ ਸਾਡੇ ਕਿਸਾਨ ਹੈਗੇ, ਸਾਡਾ ਪੰਜਾਬ ਵਾਸੀ ਕਿਸਾਨੀ ਹੈਗੀ ਆ, ਜਿਹੜਾ ਸਾਡਾ ਅੰਦੋਲਨ ਹੈ ਸ਼ਾਂਤਮਈ ਹੀ ਰਹੇ, ਔਰ ਸ਼ਾਂਤਮਈ ਰਹਿ ਕੇ ਅਸੀਂ ਜਿੱਤ ਕੇ ਆਵਾਂਗੇ। ਸਾਨੂੰ ਵਿਸ਼ਵਾਸ ਆ ਔਰ ਦ੍ਰਿੜ ਵਿਸ਼ਵਾਸ ਆ, ਅੱਜ ਅਸੀਂ ਅਰਦਾਸ ਦੇ ਵਿੱਚ ਇੱਥੇ ਆਏ ਹਾਂ, ਅੰਦੋਲਨ ਦੀ ਚੜ੍ਹਦੀ ਕਲਾ ਵਾਸਤੇ ਆਏ ਹਾਂ, ਔਰ ਉਮੀਦ ਆ ਔਰ ਆਸ ਆ ਕਿ ਸੱਚੇ ਪਾਤਸ਼ਾਹ ਸਾਡੇ ਅੰਦੋਲਨ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਊਗਾ, ਔਰ ਜਿਹੜੇ ਕਾਲੇ ਕਾਨੂੰਨ ਰੱਦ ਕਰਾ ਕੇ ਅਸੀਂ ਵਾਪਸ ਕਰਾ ਕੇ ਅੰਦੋਲਨ ਦੀ ਜਿੱਤ ਕਰਕੇ ਅਸੀਂ ਵਾਪਸ ਪੰਜਾਬ 'ਚ ਆਵਾਂਗੇ। ਬਿਲਕੁਲ ਜੀ, ਜਿੱਤ ਜ਼ਰੂਰੀ ਹੈ। ਅਸੀਂ ਖਾਲਸਾ ਜੀ ਨਾਲ ਗੱਲ ਕਰਦੇ ਹਾਂ। ਇਹ ਆਮ ਆਵਾਮ ਨੂੰ ਕੀ ਸੰਦੇਸ਼ ਦੇਣੇ ਹੈ? ਜੋ ਮੋਦੀ ਨੇ 3 ਕਾਲੇ ਕਾਨੂੰਨ ਬਣਾਏ ਨੇ, ਪਹਿਲਾਂ ਤਾਂ ਉਹ ਰੱਦ ਹੋਣੇ ਚਾਹੀਦੇ ਨੇ। ਤੇ ਬਾਕੀ ਇਹ ਜਿਹੜਾ ਕਿਸਾਨ ਹੈ ਇਹ ਅੰਨਦਾਤਾ ਹੈ। ਅੰਨਦਾਤਾ ਕਦੇ ਵੀ ਭੁੱਖਾ ਨਹੀਂ ਮਰਨਾ ਚਾਹੀਦਾ। ਸਭ ਤੋਂ ਵੱਧ ਅੰਨਦਾਤਾ ਫਸਲ ਖੇਤਾਂ ਵਿੱਚ ਬੀਜਦਾ ਹੈ ਤੇ ਫਿਰ ਉਹ ਮੰਡੀਆਂ ਵਿੱਚ ਲੈ ਕੇ ਜਾਂਦਾ। ਮੰਡੀਆਂ ਵਿੱਚ ਅੰਨਦਾਤਾ ਆਪ ਹੀ ਪਰੇਸ਼ਾਨ ਹੁੰਦਾ। ਜਿਹੜਾ ਮੋਦੀ ਹੈ ਇਹ ਕਾਲੇ ਕਾਨੂੰਨ ਲੈ ਕੇ ਆਇਆ, ਇਹ ਰੱਦ ਹੋਣੇ ਚਾਹੀਦੇ ਨੇ। ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿਸ਼ਾ ਨਿਰਦੇਸ਼ਾਂ ਹੇਠ ਇੱਥੇ ਸਾਡੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸਾਹਿਬਾਨ ਸਰਦਾਰ ਦਰਸ਼ਨ ਸਿੰਘ ਜੀ ਸ਼ੇਰਖਾ ਸਾਹਿਬ, ਸਰਦਾਰ ਸਤਪਾਲ ਸਿੰਘ ਜੀ ਤਲਵੰਡੀ ਸਾਹਿਬ, ਸਰਦਾਰ ਪ੍ਰੀਤਮ ਸਿੰਘ ਜੀ ਮਲਸੀਆਂ ਸਾਹਿਬ, ਸਾਡੇ ਮੈਨੇਜਰ ਸਾਹਿਬਾਨ ਸਰਦਾਰ ਸਾਰਜ ਸਿੰਘ ਜੀ, ਸ਼੍ਰੋਮਣੀ ਕਮੇਟੀ ਦੀ ਸਮੁੱਚੀ ਟੀਮ ਇੱਥੇ ਅੱਜ ਅਸੀਂ ਜੋ ਕਿ ਸ਼ਹੀਦਾਂ ਦੇ ਪਰਥਾਏ ਅਰਦਾਸ ਕੀਤੀ ਹੈ, ਸ੍ਰੀ ਚੌਪਈ ਸਾਹਿਬ ਜੀ ਦਾ ਪਾਠ ਕੀਤਾ ਹੈ। ਤੇ ਸਾਡੀ ਇਹੀ ਅਰਦਾਸ ਹੈ ਕਿ ਸੱਚੀ ਸੁੱਚੀ ਸਾਡੀ ਸ਼ਰਧਾਂਜਲੀ ਉਹਨਾਂ ਸ਼ਹੀਦਾਂ ਨੂੰ, ਜਿਹੜੇ ਸ਼ਹੀਦ ਆਪਣਾ ਖੂਨ ਡੋਲ ਕੇ ਸਾਨੂੰ ਇਹ ਜਿਹੜੇ 3 ਬਿੱਲ ਹੈ ਉਹ ਰੱਦ ਕਰਵਾ ਕੇ ਦੇਣਗੇ। ਉਹਨਾਂ ਸ਼ਹੀਦਾਂ ਨੂੰ, ਨੌਜਵਾਨਾਂ ਨੂੰ ਸਾਡਾ ਇਹ ਸੰਦੇਸ਼ ਹੈ ਕਿ ਨੌਜਵਾਨ ਡਟ ਕੇ ਰਹਿਣ, ਸ਼ਾਂਤੀ ਪੂਰਵਕ ਰਹਿਣ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਹਨ, ਚੂੰਕਰ ਅੱਜ ਹਮ ਹੀਲ ਤੇ ਦਰ ਗੁਜ਼ਾਸ਼ਤ, ਹਲਾਲ ਅਸਤਨ ਬਰਦਨ ਬਾਦ ਸ਼ਮਸ਼ੀਰ ਦਸਤ। ਜਦੋਂ ਕਦੇ ਵੀ ਵਕੀਲ ਪੀਲ ਤੇ ਅਦਲੀਲ ਦੇ ਨਾਲ ਕੰਮ ਮਸਲੇ ਹੱਲ ਨਹੀਂ ਹੁੰਦੇ, ਉਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਮੈਂ ਇਹ ਸ਼ਬਦ ਕਹਿਣਾ ਹਾਂ ਕਿ ਉਦੋਂ ਫਿਰ ਸੰਘਰਸ਼ ਵਿੱਢਣੇ ਜਾਇਜ਼ ਹੁੰਦੇ ਨੇ। ਕਿਤੇ ਸਾਨੂੰ ਇਹੋ ਜਿਹਾ ਨੌਬਤ ਨਾ ਆ ਜਾਵੇ ਕਿ ਸਾਨੂੰ ਆਪਣੀਆਂ ਬੇਹੱਦ ਕੁਰਬਾਨੀਆਂ ਦੇ ਕਰਕੇ ਫਿਰ ਸਾਡਾ ਕੋਈ ਮਸਲਾ ਹੱਲ ਹੋਵੇ। ਸਰਕਾਰ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ 3 ਜਿਹੜੇ ਬਿੱਲ ਨੇ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਇੱਕ ਬੇਨਤੀ ਮੈਂ ਹੁਣ ਕਰਦਾ ਹਾਂ ਕਿ ਸਾਨੂੰ ਜਿਹੜੀ ਭਾਰਤ ਸਰਕਾਰ ਨੇ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ, ਜਿਸ ਤਰ੍ਹਾਂ ਸਾਡੇ ਸਰਦਾਰ ਦਰਸ਼ਨ ਸਿੰਘ ਜੀ ਸ਼ੇਰਖਾ ਸਾਹਿਬ ਨੇ ਕਿਹਾ ਸੀਗਾ, ਕੱਲ੍ਹ ਨਨਕਾਣਾ ਸਾਹਿਬ ਜੀ ਨੂੰ ਵੱਡੇ ਪੱਧਰ ਤੇ ਜੱਥਾ ਜਾਣਾ ਸੀਗਾ। ਸਿੱਖ 100 ਸਾਲਾ ਸ਼ਤਾਬਦੀ ਨਨਕਾਣਾ ਸਾਹਿਬ ਵਿਖੇ ਮਨਾਉਣ ਵਾਸਤੇ ਜਾ ਰਹੇ ਸਨ। ਭਾਰਤ ਸਰਕਾਰ ਨੇ ਉਹ ਰੋਕ ਲਾ ਦਿੱਤੀ, ਜਿਸ ਦੇ ਵਿੱਚ ਸਾਡੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵੀ ਜਾ ਰਹੇ ਸਨ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਉਹਨਾਂ ਦੇ ਨਾਲ ਸਮੁੱਚੀ ਸੰਗਤ ਜਾ ਰਹੀ ਸੀਗੀ। ਕਿਤੇ ਨਾ ਕਿਤੇ ਭਾਰਤ ਸਰਕਾਰ ਨੇ ਨਨਕਾਣਾ ਸਾਹਿਬ ਜਾਣ ਤੋਂ ਰੋਕਣ ਵਾਸਤੇ ਵੱਡਾ ਇਹ ਜਿਹੜਾ ਕਦਮ ਚੁੱਕਿਆ ਹੈ, ਜਿਸ ਕਰਕੇ ਸਾਨੂੰ ਇਸ ਭਾਰਤ ਦੇ ਵਿੱਚ ਰਹਿੰਦਿਆਂ ਸਿੱਖਾਂ ਨੂੰ ਕਿਤੇ ਜਿਹੜੀ ਬੇਗਾਨੇਪਣ ਦਾ ਅਹਿਸਾਸ ਹੋ ਰਿਹਾ ਹੈ ਵੀ ਕਿਤੇ ਨਾ ਕਿਤੇ ਸਾਨੂੰ ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਜਿਵੇਂ ਯਹੂਦੀਆਂ ਨੂੰ ਮਿਸਰ ਦੇ ਵਿੱਚ ਰਹਿੰਦਿਆਂ ਹੋ ਰਿਹਾ ਸੀਗਾ। ਇਸੇ ਕਰਕੇ ਨੌਜਵਾਨ ਵੱਧ ਤੋਂ ਵੱਧ ਸ਼ਾਂਤੀਪੂਰਵਕ ਹੋ ਕਰਕੇ ਹੀ ਇਸ ਸੰਘਰਸ਼ ਦਾ ਸਾਥ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਅੱਜ ਗੁਰਦੁਆਰਾ ਜਾਮਣੀ ਸਾਹਿਬ ਵਿਖੇ ਅਰਦਾਸ ਬੇਨਤੀ ਕਰਕੇ ਇੱਕੋ ਹੀ ਗੱਲ ਕੀਤੀ ਗਈ ਹੈ। ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉੱਥੇ ਨੌਜਵਾਨ ਅਤੇ ਕਿਸਾਨ ਆਗੂਆਂ ਨੂੰ ਇਕਜੁੱਟ ਹੋ ਕੇ ਲੜਨ ਅਤੇ ਘੋਲ ਜਿੱਤਣ ਲਈ ਅਰਦਾਸ ਬੇਨਤੀ ਗੁਰੂ ਸਾਹਿਬ ਦੇ ਚਰਨਾਂ 'ਚ ਕੀਤੀ ਗਈ ਹੈ। ਅਜੀਤ ਵੈਬ ਟੀਵੀ ਲਈ ਫਿਰੋਜ਼ਪੁਰ ਤੋਂ ਜਸਵਿੰਦਰ ਸਿੰਘ ਸੰਧੂ। ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਜਾਰੀ ਹੈ, ਉੱਥੇ ਹੀ ਅੱਜ ਲੁਧਿਆਣਾ ਵਿੱਚ ਵੱਖ-ਵੱਖ ਧਾਰਮਿਕ ਸੰਗਠਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਹੋਰ ਸੰਗਠਨਾਂ ਦੇ ਆਗੂ ਪੁੱਜੇ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਕਿਸਾਨਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ। ਬੇਨਤੀ ਕਰਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦੋ ਬੁਲਾਰੇ ਹੋਰ ਨੇ ਉਸ ਤੋਂ ਬਾਅਦ ਗੁਰੂ ਦਾ ਲੰਗਰ ਅੱਜ ਦਾ ਜਿਹੜਾ ਰੋਸ ਧਰਨਾ ਹੈ ਇਹ ਸਭ ਨੇ ਲੰਗਰ ਜਿਹੜੇ ਸਾਡੇ ਬੜੇ ਪਿਆਰ ਦੇ ਨਾਲ ਬਜ਼ੁਰਗਾਂ ਨੌਜਵਾਨਾਂ ਭੈਣਾਂ ਵਾਤਾਵਰਨ ਪ੍ਰੇਮੀਆਂ ਬੁੱਧੀਜੀਵੀਆਂ ਤੇ ਜਿਹੜੇ ਲੋਕਤੰਤਰ ਦਾ ਚੌਥਾ ਥੰਮ ਹੈ ਪੱਤਰਕਾਰ ਭਾਈਚਾਰੇ ਨੂੰ ਵੀ ਇਸ ਜ਼ਾਲਮ ਸਰਕਾਰ ਨੇ ਨਹੀਂ ਬਖਸ਼ਿਆ ਔਰ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ 'ਚ ਨਜ਼ਰਬੰਦ ਕੀਤਾ। ਸੋ ਇਹ ਉਹਨਾਂ ਦੀ ਰਿਹਾਈ ਦੇ ਲਈ ਅੱਜ ਦਾ ਰੋਸ ਧਰਨਾ ਹੈ। ਅੱਜ ਸਵੇਰੇ ਅਸੀਂ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਇੱਕ ਅਰਦਾਸ ਸਮਾਗਮ ਰੱਖਿਆ ਜੀ, ਜਿਹਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਅਰਦਾਸ ਕੀਤੀ ਕਿ ਇਸ ਜ਼ਾਲਮ ਸਰਕਾਰ ਨੂੰ ਸਮੱਤ ਬਖਸ਼ੋ, ਉਹ ਪਰਚੇ ਰੱਦ ਕਰੇ ਮੋਦੀ ਦੀ ਸਰਕਾਰ ਤੇ ਇਹਨਾਂ ਨੂੰ ਰਿਹਾ ਕਰਾਓ ਔਰ ਉਸੇ ਸੰਬੰਧ ਵਿੱਚ ਅਸੀਂ ਇੱਥੇ ਫਿਰ ਅੱਜ ਰੋਸ ਧਰਨਾ ਵੀ ਰੱਖਿਆ। ਇਹ ਰੋਸ ਧਰਨਾ ਉਹਨਾਂ ਦੀ ਰਿਹਾਈ ਦੇ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਨੇ ਜਿਹੜੇ ਪਰਚੇ ਝੂਠੇ ਦਰਜ ਕੀਤੇ ਨੇ ਉਹਨਾਂ ਨੂੰ ਰੱਦ ਕਰਕੇ ਤੁਰੰਤ ਇਹਨਾਂ ਨੂੰ ਰਿਹਾ ਕਰੇ ਅਤੇ ਜਿਹੜੇ 3 ਕਾਲੇ ਕਾਨੂੰਨ ਮੌਤ ਦਾ ਫਤਵਾ ਭਾਰਤ ਦੇ ਨਾਗਰਿਕ ਵਾਸੀਆਂ ਵਾਸਤੇ ਲੈ ਕੇ ਆਏ ਨੇ ਉਹਨਾਂ ਨੂੰ ਇਹ ਰੱਦ ਕਰੇ। ਬਹੁਤ ਲੰਬਾ ਸਮਾਂ ਹੋ ਗਿਆ ਸੰਘਰਸ਼ ਤੇ ਬੈਠੇ ਨੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ, ਉਹ ਆਪਣੇ ਘਰਾਂ 'ਚ ਖੁਸ਼ੀ ਪਰਤਨ ਸਰਕਾਰ ਨੂੰ ਇਹ ਜਿਹੜੇ ਪੂੰਜੀਪਤ ਵਿਕੀ ਹੋਈ ਆ ਇਹਨੂੰ ਖੁਦਾ ਤੋਂ ਡਰਨਾ ਚਾਹੀਦਾ। ਅਸੀਂ ਤੇ ਖੁਦਾ ਦਾ ਵੈਰ ਹੈ, ਤੁਹਾਡਾ ਅੰਤ ਆਉਣਾ ਇਹ ਤੁਹਾਨੂੰ ਵੀ ਪਤਾ ਹੈ। ਨਾ ਇੱਥੇ ਰਾਜਾ ਰਿਹਾ ਤੇ ਨਾ ਰੰਕ ਰਿਹਾ, ਨਾ ਹਿਟਲਰ ਰਿਹਾ, ਨਾ ਸਿਕੰਦਰ ਰਿਹਾ ਤੇ ਨਾ ਔਰੰਗਜ਼ੇਬ ਰਿਹਾ ਤੇ ਤੁਸੀਂ ਉਹਨਾਂ ਲੀਹਾਂ ਤੇ ਚੱਲ ਰਹੇ ਹੋ। ਤੁਸੀਂ ਪਰਮਾਤਮਾ ਤੋਂ ਡਰੋ ਤੇ ਤੁਸੀਂ ਆਪਣਾ ਕਾਨੂੰਨ ਜਲਦੀ ਤੋਂ ਜਲਦੀ ਵਾਪਸ ਲਓ, ਨਹੀਂ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਜਿਸ ਤਰ੍ਹਾਂ ਰਾਵਣ ਦੇ ਪੁੱਤੇ ਫੂਕੇ ਜਾਂਦੇ ਨੇ ਇੱਥੇ ਭਾਰਤ ਦੇ ਵਿੱਚ ਭਾਰਤ ਦੇ ਨਾਗਰਿਕ ਮੋਦੀ ਅਡਾਨੀ ਤੇ ਬਾਨੀ ਦੇ ਪੁੱਤੇ ਫੂਕਿਆ ਕਰਨਗੇ। ਹਾਂਜੀ ਜੀ, ਮੈਂ ਇਹ ਦੱਸਣਾ ਚਾਹੁੰਦਾ ਜਿਹੜਾ ਅੱਜ ਦਾ ਇਹ ਰੋਸ ਧਰਨਾ ਮੁੱਲਾਂਪੁਰ ਪਿੰਡ ਦੇ ਵਿੱਚ ਗੁਰਦੁਆਰਾ ਇਤਿਹਾਸਕ ਜਿੱਥੇ ਮੀਰ ਮਨੂ ਨੇ ਸ਼ਹੀਦ ਸਿੰਘੜੀਆਂ ਨੂੰ ਕੈਦ ਕੀਤਾ ਸੀ ਤੇ ਉਹ ਆ ਮੋਸ਼ੀ ਆਣਾ ਸਾਹਿਬ ਤੇ ਉਸ ਅਸਥਾਨਾਂ ਤੋਂ ਅਰਦਾਸ ਬੇਨਤੀ ਕਰਕੇ ਜਿੰਨੇ ਕਿਸਾਨ ਮੋਰਚੇ ਦੇ ਸ਼ਹੀਦ ਨੇ ਉਹਨਾਂ ਚੋਂ ਜਿਹੜਾ ਮੁੱਖ ਸ਼ਹੀਦ ਹੈ ਭਾਈ ਨਵਰੀਤ ਸਿੰਘ ਜੀ ਤੇ ਉਹਦੇ ਅੱਗੇ ਸੀਸ ਝੁਕਾ ਕੇ ਜਿੰਨੇ ਬੇਕਸੂਰ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਨੇ, ਚਾਹੇ ਦੀਪ ਸਿੱਧੂ ਹੋਵੇ, ਲੱਖੇ ਸਿਧਾਣੇ ਦੀ ਗ੍ਰਿਫਤਾਰੀ ਹੋਣ ਜਾ ਰਹੀ ਆ ਅਤੇ ਨਵਦੀਪ ਕੌਰ ਇੱਕ ਬੇਟੀ ਆ ਤੇ ਦਿਸ਼ਾ ਰਵੀ ਵਾਤਾਵਰਨ ਪ੍ਰੇਮੀ ਆ, ਉਹਨਾਂ ਦੀ ਰਿਹਾਈ ਵਾਸਤੇ ਹੋਰ ਵੀ ਜਿੰਨੇ ਇਕਬਾਲ ਸਿੰਘ ਰਣਜੀਤ ਸਿੰਘ ਨੇ ਸਾਰਿਆਂ ਦੀ ਰਿਹਾਈ ਵਾਸਤੇ ਇਹ ਰੋਸ ਮਾਰਚ ਕੀਤਾ ਜਾ ਰਿਹਾ। ਦੇਖੋ ਜੀ, ਇੱਕ ਹੱਲ ਹੈ ਮੁਸ਼ਕਲਾਂ ਸਾਰੀਆਂ ਦਾ, ਆਸ ਦੇ ਨਾਲ ਹੀ ਜ਼ਿੰਦਗੀ ਜੀ ਜਾਂਦੀ, ਆਸ ਦੇ ਨਾਲ ਹੀ। ਤੇ ਸਾਡਾ ਏਕਾ ਜਿਹੜਾ ਕਿਸਾਨ ਵਰਗ ਦਾ, ਜਿਹੜਾ ਕਿਸਾਨਾਂ ਦਾ ਸੰਘਰਸ਼ ਮੋਰਚੇ ਦਾ, ਉਹ ਇੱਕ ਨਾ ਇੱਕ ਦਿਨ ਝੁਕਾ ਕੇ ਹਟੇਗਾ। ਕਿੱਡੀਆਂ ਵੱਡੀਆਂ ਤਾਕਤਾਂ ਹੋਈਆਂ ਦੁਨੀਆ ਦੇ ਵਿੱਚ, ਲੋਕ ਸ਼ਕਤੀ ਦੇ ਅੱਗੇ ਉਹ ਨਹੀਂ ਬਹੁਤਾ ਚਿਰ ਟਿਕ ਸਕੀਆਂ, ਉਹਨਾਂ ਨੇ ਗੋਡੇ ਟੇਕੇ। ਨਹੀਂ, ਕਿਸਾਨ ਆਗੂ ਸਿਆਣੇ ਹਜੇ ਉਹ ਚੱਲ ਰਹੇ ਨੇ, ਆਪਸੀ ਗੱਲਬਾਤ ਉਹਨਾਂ ਦੀ ਇੱਕ ਹੈ ਤੇ ਹਜੇ ਰਾਜਨੀਤੀ ਵਾਲੀ ਕੋਈ ਪਾਸੇ ਜਾ ਨਹੀਂ ਰਹੇ, ਕੋਈ ਗੱਲ ਨਹੀਂ ਐਸੀ, ਪਰ ਹਜੇ ਉਹਨਾਂ ਦਾ ਨਿਸ਼ਾਨਾ 3 ਕਾਲੇ ਕਾਨੂੰਨ ਨੇ। ਨਹੀਂ, ਅਸੀਂ ਦੇਖੋ ਦਿੱਲੀ ਵੀ ਜਾਂਦੇ ਹਾਂ, ਦਿੱਲੀ ਵੀ ਇੱਥੋਂ ਜਾਣਾ, ਇੱਥੋਂ ਹੁਣ ਇਹ ਸਾਰੇ ਅੱਜ 11 ਜ਼ਿਲ੍ਹਿਆਂ ਦੇ ਵਿੱਚ ਹੋ ਰਿਹਾ ਇਹ ਪ੍ਰੋਟੈਸਟ, ਕੱਲ੍ਹ ਨੂੰ ਮਹਾਰਾਜ ਦੇ ਵਿੱਚ ਬਹੁਤ ਵੱਡਾ ਕਾਨਫਰੰਸ ਹੋ ਰਹੀ ਹੈ ਤੇ ਇਸੇ ਇਕੱਠੇ ਕਰਕੇ ਇੱਥੋਂ ਦਿੱਲੀ ਨੂੰ ਜਾਵਾਂਗੇ। ਅੱਜ ਅਸੀਂ ਉਹ ਕਾਲੇ 3 ਕਾਨੂੰਨ ਜਿਹੜੇ ਸਾਡੇ ਉੱਤੇ ਗਵਰਨਮੈਂਟ ਨੇ ਆਟੋਮੈਟਿਕਲੀ ਆਪਣੇ ਆਪ ਹੀ ਥੋਪਤੇ ਨੇ, ਉਹਨਾਂ ਨੂੰ ਕੈਂਸਲ ਕਰਾਉਣਾ ਹੈ। ਔਰ ਦੂਸਰਾ, ਜੋ ਸਾਡੇ ਵੀਰ ਜੇਲ੍ਹਾਂ ਦੇ ਵਿੱਚ ਸੁੱਟੇ ਗਏ ਨੇ ਬਿਨਾਂ ਮਤਲਬ ਦੇ, ਉਹਨਾਂ ਨੂੰ ਅਸੀਂ ਰਿਹਾ ਕਰਾਉਣ ਲਈ ਇਹ ਇਹ ਅਲੱਗ-ਅਲੱਗ ਸ਼ਹਿਰਾਂ ਵਿੱਚੋਂ, ਅਲੱਗ-ਅਲੱਗ ਪਿੰਡਾਂ ਵਿੱਚੋਂ ਸਾਰੇ ਆਏ ਨੇ ਔਰ ਅਸੀਂ ਚਾਹੁੰਦੇ ਸੀ ਕਿ ਸ਼ਹਿਰ ਵਾਲੇ ਔਰ ਪਿੰਡ ਵਾਲੇ ਸਾਰੇ ਇਕੱਠੇ ਹੋਣ ਤਾਂ ਜੋ ਅਸੀਂ ਇੱਕ ਥਾਂ ਤੇ ਧਰਨਾ ਦੇ ਸਕੀਏ ਔਰ ਅਸੀਂ ਇਸ ਊਚ ਨੀਚ ਨੂੰ ਅਲੱਗ ਕਰਕੇ ਇੱਕ ਥਾਂ ਤੇ ਆ ਕੇ ਇੱਕ ਸਟੇਜ ਤੇ ਬੈਠ ਕੇ ਇਹ ਕੰਮ ਕਰ ਸਕੀਏ ਸਾਰੇ। ਇਹ ਧਰਨਾ 3 ਵਜੇ ਤੱਕ ਚੱਲੇਗਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ।
YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।